ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਲੈਸਨ ਨੰਬਰ 6 ਸਾਡਾ ਭਾਰਤ ਸੰਸਾਰ ਵਿੱਚ ਪੜ੍ਹਾਂਗੇ। ਇਸ ਚੈਪਟਰ ਵਿੱਚ ਬੇਟਾ ਤੁਸੀਂ ਪੜ੍ਹਿਆ ਕਿ ਭਾਰਤ ਦੀ ਸਥਿਤੀ ਕੀ ਹੈ, ਭਾਰਤ ਦੇ ਗੁਆਂਢੀ ਦੇਸ਼, ਠੀਕ ਹੈ। ਇਸ ਤੋਂ ਇਲਾਵਾ ਅਸੀਂ ਰਾਜਨੀਤਿਕ ਢਾਂਚੇ ਬਾਰੇ ਭਾਵ ਕਿ ਦੱਸਿਆ ਕਿ ਰਾਜਨੀਤਿਕ ਵੰਡ ਕੀ ਹੈ, ਸਾਡਾ ਦੇਸ਼ ਕਿੰਨੀਆਂ ਸਟੇਟਸ ਵਿੱਚ ਵੰਡਿਆ ਹੈ ਅਤੇ ਕਿੰਨੀਆਂ ਯੂਨੀਅਨ ਟੈਰੀਟਰੀ ਆਉਂਦੀਆਂ ਹੈ। ਇਸ ਤੋਂ ਇਲਾਵਾ ਰਾਜਨੀਤਿਕ ਵੰਡ ਤੋਂ ਇਲਾਵਾ ਅਸੀਂ ਭੌਤਿਕ ਵੰਡ ਜਿਹੜੀ ਸੀ ਉਹ ਡਿਸਕਸ ਕੀਤੀ। ਭੌਤਿਕ ਵੰਡ ਡਿਸਕਸ ਕਰਨ ਦੇ ਵਿੱਚ ਅਸੀਂ ਇਹ ਕਿਹਾ ਸੀ ਕਿ ਭਾਰਤ ਜਿਹੜਾ ਵਾ 5 ਭਾਗਾਂ 'ਚ ਵੰਡਿਆ ਹੋਇਆ ਹੈ, ਠੀਕ ਹੈ। ਭੌਤਿਕ ਦ੍ਰਿਸ਼ਟੀ ਤੋਂ ਭਾਰਤ ਦੇ ਮਹਾਨ ਪਰਬਤ ਪੜ੍ਹੇ, ਜਿਹਦੇ ਵਿੱਚ ਹਿਮਾਲਿਆ ਪਰਬਤ ਬਾਰੇ ਪੜ੍ਹਿਆ ਹੈ, ਠੀਕ ਹੈ। ਉਹਦੇ ਲਾਗੇ ਬੰਨੇ ਜਿਹੜੇ ਖੇਤਰ ਸੀ ਉਹਨਾਂ ਬਾਰੇ ਪੜ੍ਹਿਆ। ਨੈਕਸਟ ਪੜ੍ਹਿਆ ਸੀ ਉੱਤਰ ਦੇ ਵਿਸ਼ਾਲ ਮੈਦਾਨ, ਜਿਹਦੇ ਵਿੱਚ ਇਹ ਪੜ੍ਹਿਆ ਕਿ ਦਰਿਆਵਾਂ ਦੁਆਰਾ ਰੋੜ ਕੇ ਲਿਆਂਦੀ ਮਿੱਟੀ ਦੇ ਜਮ੍ਹਾਂ ਹੋਣ ਵਾਲੇ ਮੈਦਾਨੀ ਖੇਤਰ ਬਣਦੇ ਆ ਜੋ ਕਿ ਬਹੁਤ ਉਪਜਾਊ ਹੁੰਦੇ ਆ ਅਤੇ ਖੇਤੀਬਾੜੀ ਦੇ ਪੱਖੋਂ ਕਾਫੀ ਵਿਕਸਿਤ ਹੁੰਦੇ ਆ। ਅਤੇ ਇਹਦੇ ਵਿੱਚ ਇਹਦੀ ਆਪਾਂ ਵੰਡ ਬਾਰੇ ਵੀ ਪੜ੍ਹਿਆ ਸੀ, ਜਿਹਦੇ ਵਿੱਚ ਮਾਝਾ, ਮਾਲਵਾ, ਦੁਆਬਾ, ਇਸ ਤੋਂ ਇਲਾਵਾ ਹਰਿਆਣੇ ਦੇ ਮੈਦਾਨ ਬਾਰੇ ਪੜ੍ਹਿਆ, ਠੀਕ ਹੈ। 2 ਪਾਰਟ ਅਸੀਂ ਜਿਹੜੇ ਉਹ ਕਰ ਚੁੱਕੇ ਹਾਂ। ਤੀਸਰਾ ਪਾਰਟ ਅਸੀਂ ਜਿਹੜਾ ਅੱਜ ਕਰਨਾ ਹੈ ਉਹ ਹੈ ਪ੍ਰਾਇਦੀਪੀ ਪਠਾਰ। ਪ੍ਰਾਇਦੀਪੀ ਪਠਾਰ ਤੋਂ ਪਹਿਲਾਂ ਬੇਟਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਕਿ ਆਪਾਂ ਇਹ ਪੜ੍ਹਿਆ ਸੀ ਕਿ ਇੰਡੀਆ ਨੂੰ ਪ੍ਰਾਇਦੀਪ ਭਾਰਤ ਜਿਹੜਾ ਉਹ ਕਿਹਾ ਜਾਂਦਾ ਹੈ, ਠੀਕ ਹੈ। ਪ੍ਰਾਇਦੀਪ ਭਾਰਤ ਕਿਹਾ ਜਾਂਦਾ ਹੈ ਕਿਉਂਕਿ ਭਾਰਤ 3 ਪਾਸਿਆਂ ਤੋਂ ਸਮੁੰਦਰ ਦੇ ਨਾਲ ਘਿਰਿਆ ਹੋਇਆ ਹੈ, ਪਾਣੀ ਦੇ ਨਾਲ ਘਿਰਿਆ ਹੋਇਆ ਹੈ। ਇਹਦੇ ਪੱਛਮ ਦੇ ਵਿੱਚ ਅਰਬ ਸਾਗਰ, ਪੂਰਬ ਵਿੱਚ ਬੰਗਾਲ ਦੀ ਖਾੜੀ ਅਤੇ ਦੱਖਣ ਵੱਲ ਬੇਟਾ ਹਿੰਦ ਮਹਾਸਾਗਰ ਜਿਹੜਾ ਉਹ ਪਾਇਆ ਜਾਂਦਾ ਹੈ। 3 ਪਾਸਿਆਂ ਤੋਂ ਪਾਣੀ ਨਾਲ ਘਿਰੇ ਹੋਣ ਕਰਕੇ ਇਹਨੂੰ ਪ੍ਰਾਇਦੀਪ ਭਾਰਤ ਵੀ ਜਿਹੜਾ ਵਾ ਉਹ ਕਿਹਾ ਜਾਂਦਾ ਹੈ, ਠੀਕ ਹੈ। ਦੂਸਰੀ ਗੱਲ ਆਪਾਂ ਪਠਾਰ ਬਾਰੇ ਜੋ ਆਪਾਂ ਪਿਛਲੇ ਚੈਪਟਰ ਵਿੱਚ ਵੀ ਪੜ੍ਹਿਆ ਸੀ ਕਿ ਪਠਾਰ ਕੀ ਹੁੰਦੀ ਹੈ। ਪਠਾਰ ਬੇਟਾ ਮੇਜ਼ ਵਾਂਗ ਹੁੰਦੀ ਹੈ, ਭਾਵ ਕਿ ਵੱਖੀਆਂ ਤੋਂ ਟੇਢੀ, ਉੱਪਰੋਂ ਪੱਧਰੀ, ਠੀਕ ਹੈ। ਵੱਖੀਆਂ ਤੋਂ ਸਿੱਧੀ ਜਾਂ ਢਲਾਣਦਾਰ ਹੁੰਦੀ ਹੈ ਅਤੇ ਉੱਪਰੋਂ ਜਾ ਕੇ ਇਹ ਪੱਧਰੀ ਹੋ ਜਾਂਦੀ ਹੈ, ਠੀਕ ਹੈ। ਅਤੇ ਪ੍ਰਾਇਦੀਪ ਪਠਾਰ ਦਾ ਮੀਨਿੰਗ ਕਲੀਅਰ ਹੋ ਗਿਆ। ਇਸ ਤੋਂ ਇਲਾਵਾ ਅਸੀਂ ਹੁਣ ਪ੍ਰਾਇਦੀਪ ਪਠਾਰੀ ਖੇਤਰ ਬਾਰੇ ਪੜ੍ਹਨਾ ਹੈ ਕਿ ਇੱਕ ਤਿਕੋਣਾ ਖੇਤਰ ਬਣ ਜਾਂਦਾ ਹੈ, ਠੀਕ ਹੈ। ਦੱਖਣ ਦੇ ਵਿੱਚ ਇਹਦੇ ਕੰਨਿਆ ਕੁਮਾਰੀ ਹੈ ਅਤੇ ਠੀਕ ਹੈ ਜੀ, ਮੇਨ ਚੀਜ਼ ਆ ਚੀਜ਼। ਇਸ ਤੋਂ ਇਲਾਵਾ ਆਪਾਂ ਪੜ੍ਹਿਆ ਕਿ ਇਹਦੇ ਅਰਬ ਸਾਗਰ, ਬੰਗਾਲ ਦੀ ਖਾੜੀ, ਹਿੰਦ ਮਹਾਸਾਗਰ ਹੈ, ਜਿਹਦੇ ਕਰਕੇ ਇਹਨੂੰ ਪ੍ਰਾਇਦੀਪ ਭਾਰਤ ਵੀ ਕਿਹਾ ਜਾਂਦਾ ਹੈ, ਪ੍ਰਾਇਦੀਪੀ ਪਠਾਰ ਖੇਤਰ ਵੀ ਕਿਹਾ ਜਾਂਦਾ ਹੈ। ਪ੍ਰਾਇਦੀਪੀ ਪਠਾਰ ਖੇਤਰ ਨੂੰ ਅਸੀਂ ਨੈਕਸਟ 2 ਪਾਰਟਸ ਦੇ ਵਿੱਚ ਵੰਡਦੇ ਹਾਂ, ਮਾਲਵੇ ਅਤੇ ਦੱਖਣ ਦੀ ਪਠਾਰ, ਜਿਹਦੇ ਵਿੱਚ ਅਸੀਂ ਮਾਲਵੇ ਦੀ ਪਠਾਰ ਬਾਰੇ ਗੱਲ ਕਰਾਂਗੇ। ਅਤੇ ਬੇਟਾ ਮਾਲਵੇ ਦੀ ਪਠਾਰ ਜਿਹੜੀ ਹੈ ਨਾ ਉਹ ਪੱਛਮ ਵਿੱਚ ਅਰਾਵਲੀ ਪਰਬਤ, ਪੂਰਬ ਵਿੱਚ ਛੋਟਾ ਨਾਗਪੁਰ, ਰਾਜਮਲ ਦੀਆਂ ਪਹਾੜੀਆਂ ਤੋਂ ਲੈ ਕੇ ਦੱਖਣ ਵਿੱਚ ਸਤਪੁੜਾ ਦੀਆਂ ਪਹਾੜੀਆਂ ਤੱਕ ਇਹ ਖੇਤਰ ਜਿਹੜਾ ਉਹ ਆਉਂਦਾ ਹੈ, ਠੀਕ ਹੈ। ਮਾਲਵੇ ਦੀ ਪਠਾਰ ਦੇ ਵਿੱਚ ਬੇਟਾ ਆ ਵੇਖੋ, ਆ ਜਿਹੜੀ ਚੀਜ਼ ਆ ਪਠਾਰ ਖੇਤਰ, ਠੀਕ ਹੈ। ਵੇਖੋ ਮਾਲਵੇ ਦੀ ਪਠਾਰ ਅਤੇ ਆਹ ਵਾ ਦੱਖਣ ਦੀ ਪਠਾਰ, ਠੀਕ ਹੈ। ਮਾਲਵੇ ਦੀ ਪਠਾਰ ਦੇ ਵਿੱਚ ਉਹਨੇ ਪੜ੍ਹਦੇ ਪਏ ਵਿੰਧਿਆਚਲ ਪਰਬਤ, ਸਤਪੁੜਾ ਪਹਾੜੀਆਂ, ਅਰਾਵਲੀ ਪਰਬਤ, ਠੀਕ ਹੈ। ਇਹਨੂੰ ਆਪਾਂ ਇਹਦੇ ਵਿੱਚ ਡਿਸਕਸ ਕੀਤਾ ਹੈ। ਇਸ ਤੋਂ ਇਲਾਵਾ ਦੂਜੇ ਨੰਬਰ 'ਤੇ ਆਉਂਦੀ ਹੈ ਸਾਡੇ ਕੋਲ ਦੱਖਣ ਦੀ ਪਠਾਰ, ਠੀਕ ਹੈ। ਆਹ ਚੀਜ਼ ਦੱਖਣ ਦੀ ਪਠਾਰ ਦੱਖਣ ਦੀ ਪਠਾਰ ਜਿਹੜੀ ਆ ਇਹ ਬੇਟਾ ਲਾਵੇ ਦੇ ਵਹਿਣ ਕਰਕੇ ਬਣਿਆ ਇਹ ਖੇਤਰ, ਠੀਕ ਹੈ। ਅਤੇ ਇਹਦੀ ਲੰਬਾਈ ਜਿਹੜੀ ਹੈ ਬੇਟਾ ਉਹ ਜਿਹੜਾ ਮਤਲਬ ਖੇਤਰਫਲ 'ਚ ਫੈਲੀ ਹੋਈ ਉਹ 7 ਲੱਖ ਵਰਗ ਕਿਲੋਮੀਟਰ 'ਚ ਫੈਲੀ ਹੋਈ ਹੈ। ਅਤੇ ਇਹਦੀ ਸਮੁੰਦਰ ਤਲ ਤੋਂ ਉਚਾਈ ਜਿਹੜੀ ਆ ਉਹ 300 ਤੋਂ 900 ਮੀਟਰ ਤੱਕ ਹੈਗੀ ਜੇ। ਇਸ ਤੋਂ ਇਲਾਵਾ ਇੱਥੇ ਮੌਸਮੀ ਨਦੀਆਂ ਵਹਿੰਦੀਆਂ ਹੈ, ਜਿਵੇਂ ਇੱਥੇ ਨਰਮਦਾ, ਤਾਪਤੀ, ਕ੍ਰਿਸ਼ਨਾ, ਕਾਵੇਰੀ ਨਦੀਆਂ, ਵੱਖ-ਵੱਖ ਗੋਦਾਵਰੀ ਵਹਿੰਦੀਆਂ, ਜਿਹਦੇ ਕਰਕੇ ਇਹਨਾਂ ਨੂੰ ਉਹਨਾਂ ਨੇ ਕਾਫੀ ਕੱਟਿਆ ਵੱਢਿਆ। ਮੌਸਮੀ ਨਦੀਆਂ ਭਾਵ ਕਿ ਜਿਹੜੀਆਂ ਬਰਸਾਤਾਂ ਦੇ ਮੌਸਮ ਦੇ ਵਿੱਚ ਹੀ ਵਗਦੀਆਂ ਵਹਿੰਦੀਆਂ, ਅਤੇ ਜਦੋਂ ਬਰਸਾਤਾਂ ਆਉਂਦੀਆਂ ਪਾਣੀ ਦੀ ਮਾਤਰਾ ਵੱਧਦੀ ਹੈ, ਜਿਹਦੇ ਕਰਕੇ ਇਹ ਵਹਿੰਦੀਆਂ ਅਤੇ ਉਸ ਇਲਾਕਿਆਂ ਨੂੰ ਪ੍ਰਭਾਵਿਤ ਕਰਦੀਆਂ, ਮਤਲਬ ਜਿੱਦਾਂ ਕੱਟੀਆਂ ਵੱਢੀ ਖੇਤਰ ਜਿਹੜੇ ਉਹ ਹੁੰਦੇ ਹੈ, ਠੀਕ ਹੈ। ਇਹ ਆ ਤੁਹਾਡੀ ਪ੍ਰਾਇਦੀਪ ਦੱਖਣ ਦੀ ਪਠਾਰ, ਠੀਕ ਹੈ। ਇਹਦੀ ਜਿਹੜੀ ਢਲਾਣ ਆ ਉਹ ਉੱਤਰ ਪੱਛਮ ਤੋਂ ਦੱਖਣ ਪੂਰਬ ਵੱਲ ਜਿਹੜੀ ਉਹ ਪਾਈ ਜਾਂਦੀ ਹੈ, ਅਤੇ ਇਸ ਕਰਕੇ ਇਹ ਵੀ ਕਾਫੀ ਹਿੱਸਿਆਂ ਦੇ ਵਿੱਚ ਅੱਗੇ ਜਿਹੜੀ ਇਹ ਵੰਡੀ ਹੋਈ ਹੈ, ਠੀਕ ਹੈ। ਨੈਕਸਟ ਜਿਹੜਾ ਸਾਡੇ ਕੋਲ ਟੋਪਿਕ ਆਉਂਦਾ ਹੈ ਬੇਟਾ ਉਹ ਵਾ ਤੱਟ ਦੇ ਮੈਦਾਨ। ਤੱਟ ਦੇ ਮੈਦਾਨ ਹੁੰਦੇ ਜਿਹੜੇ ਸਮੁੰਦਰ ਦੇ ਕੰਢੇ ਦੇ ਏਰੀਆਸ ਜਿਹੜੇ ਪਾਏ ਜਾਂਦੇ ਆ, ਠੀਕ ਹੈ।
ਦੱਖਣੀ ਪਠਾਰ ਤਿੰਨੇ ਪਾਸੇ ਆਪਾਂ ਕਹਿੰਦੇ ਸਮੁੰਦਰ ਨਾਲ ਘਿਰੀ ਹੋਈ ਹੈ। ਇਸ ਕਰਕੇ ਜਿਹੜੇ ਖੇਤਰ ਗੁਜਰਾਤ ਤੋਂ ਕੰਨਿਆ ਕੁਮਾਰੀ ਤੱਕ ਹੁੰਦੇ ਹੋਏ, ਵੇਖੋ ਆਹ ਚੀਜ਼ ਹੈ, ਇੱਥੇ ਗੁਜਰਾਤ ਹੈ, ਇੱਥੋਂ ਆਹ ਜਿਹੜਾ ਏਰੀਆ ਹੈ, ਠੀਕ ਹੈ, ਇਹਨੂੰ ਤੱਟ ਦੇ ਮੈਦਾਨ ਜਿਹੜੇ ਕਹਿੰਦੇ ਆ। ਇੱਕ ਹੈ ਪੂਰਬੀ ਤੱਟ ਦੇ ਮੈਦਾਨ, ਇੱਧਰ ਆਉਂਦਾ ਪੱਛਮੀ ਤੱਟ ਦੇ ਮੈਦਾਨ, ਠੀਕ ਹੈ। ਇਹਨਾਂ ਵੱਖੋ ਵੱਖਰੇ ਏਰੀਆਸ ਦੇ ਵਿੱਚ ਇਹਨਾਂ ਨੂੰ ਜਿਹੜੀ ਇਹਦੀ ਵੰਡ ਆ ਉਹ ਕੀਤੀ ਜਾਂਦੀ ਹੈ। ਅਤੇ ਇਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਪੂਰਬੀ ਤੱਟ ਦੇ ਮੈਦਾਨ ਜਿਹੜੇ ਆ ਪੱਛਮੀ ਤੱਟ ਦੇ ਮੈਦਾਨਾਂ ਨਾਲੋਂ ਜ਼ਿਆਦਾ ਚੌੜੇ ਆ ਅਤੇ ਜ਼ਿਆਦਾ ਨਮੀ ਭਰਪੂਰ ਹੈ, ਭਾਵ ਕਿ ਵਰਖਾ ਦੀ ਮਾਤਰਾ ਇੱਥੇ ਜ਼ਿਆਦਾ ਹੁੰਦੀ ਹੈ। ਸਥਿਤੀ ਦੇ ਆਧਾਰ 'ਤੇ ਜਿਵੇਂ ਉਹਨੇ ਪੜ੍ਹਿਆ ਕਿ 2 ਹਿੱਸਿਆਂ 'ਚ ਵੰਡਿਆ ਜਾਂਦਾ ਹੈ, ਪੂਰਬੀ ਅਤੇ ਪੱਛਮੀ। ਪੂਰਬੀ ਤੱਟ ਦੇ ਮੈਦਾਨ ਦੇ ਵਿੱਚ ਪੂਰਬ ਵਿੱਚ ਬੰਗਾਲ ਦੀ ਖਾੜੀ ਆਉਂਦੀ ਹੈ ਅਤੇ ਪੱਛਮ ਵਿੱਚ ਇਹਦੇ ਪੂਰਬੀ ਘਾਟ ਆ। ਇਸ ਤੋਂ ਇਲਾਵਾ ਬੇਟਾ ਇਹ ਜ਼ਿਆਦਾ ਪੂਰਬੀ ਤੱਟ ਦੇ ਮੈਦਾਨ ਜਿਹੜੇ ਆ ਜ਼ਿਆਦਾ ਚੌੜੇ ਆ, ਉੱਚੇ ਆ ਅਤੇ ਬੰਜਰ ਵੀ ਹੈ, ਠੀਕ ਹੈ। ਇਹਦੇ ਵਿੱਚ ਵੱਡੀਆਂ ਝੀਲਾਂ ਜਿਹੜੀਆਂ ਪਾਈਆਂ ਜਾਂਦੀਆਂ। ਇਸ ਤੋਂ ਇਲਾਵਾ ਪੱਛਮੀ ਤੱਟ ਦੇ ਮੈਦਾਨ ਜਿਹੜੇ ਉਹ ਘੱਟ ਚੌੜੇ ਆ। ਇਹਨਾਂ ਦਾ ਜਿਹੜਾ ਵਿਸਤਾਰ ਦੀ ਗੱਲ ਕੀਤੀ ਜਾਵੇ ਤਾਂ ਬੇਟਾ ਜਿਹੜੇ ਪੱਛਮੀ ਤੱਟ ਦੇ ਆ ਇਹ ਗੁਜਰਾਤ ਤੋਂ ਲੈ ਕੇ ਵੇਖੋ ਇੱਥੇ ਕੇਰਲ ਆਉਂਦਾ ਹੈ, ਠੀਕ ਹੈ, ਕੇਰਲ ਤੱਕ ਜਿਹੜੇ ਇਹ ਫੈਲੇ ਹੋਏ ਆ, ਠੀਕ ਹੈ। ਇਹ ਆ ਪੱਛਮੀ ਤੱਟ ਦੇ ਮੈਦਾਨ। ਅਤੇ ਪੂਰਬੀ ਤੱਟ ਦੇ ਮੈਦਾਨ ਜਿਹੜੇ ਉਹ ਜ਼ਿਆਦਾ ਚੌੜੇ ਹੈਗੇ ਆ, ਉੱਚੇ ਆ ਅਤੇ ਬੰਜਰ ਹੈਗਾ ਏਰੀਆ, ਠੀਕ ਹੈ। ਇਹ ਆ ਤੁਹਾਡਾ ਚੌਥਾ ਨੰਬਰ ਤੱਟ ਦੇ ਮੈਦਾਨ। ਇਸ ਤੋਂ ਇਲਾਵਾ ਬੇਟਾ ਜਿਹੜਾ ਵਾ ਅਸੀਂ ਨੈਕਸਟ ਜਿਹੜਾ ਚੈਪਟਰ ਆ ਉਹ ਅੱਗੇ ਕਰਾਂਗੇ, ਦੀਪ ਸਮੂਹ ਬਾਰੇ ਡਿਸਕਸ ਕਰਾਂਗੇ। ਇਹਨੇ ਚੈਪਟਰ ਨੂੰ ਤੁਸੀਂ ਇੱਕ ਵਾਰ ਰੀਡਿੰਗ ਕਰਨੀ ਕਿ ਪ੍ਰਾਇਦੀਪੀ ਪਠਾਰ ਅਤੇ ਤੱਟ ਦੇ ਮੈਦਾਨ ਦੇ ਵਿੱਚ ਅਸੀਂ ਕੀ ਇਹਨੂੰ ਪੜ੍ਹਿਆ ਹੈ, ਕੀ ਸਾਨੂੰ ਸਮਝ ਲੱਗੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।